ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦਾ ਮਸਲਾ 'ਚ ਬਹੁਤ ਸਵਾਗਤ। ਦੋਸਤੋ, ਦੂਰਦਰਸ਼ਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਇਹੋ ਜਿਹੇ ਮਸਲੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਜਿਹਦਾ ਤੁਹਾਡੀ ਜ਼ਿੰਦਗੀ ਨਾਲ ਸਿੱਧੇ ਰੂਪ 'ਚ ਵਾਬਸਤਾ। ਸੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਵੇਲੇ ਬਹੁਤ ਵੱਡਾ ਇੱਕ ਮਿਸ਼ਨ ਜਿਹੜਾ ਹੈ ਨੌਜਵਾਨਾਂ ਨੂੰ ਲੈ ਕੇ ਚਲਾਇਆ ਕਿ ਅਸੀਂ ਭਾਰਤ ਦੇ ਨੌਜਵਾਨਾਂ ਨੂੰ ਸਕਿੱਲ ਕਰਨਾ ਤਾਂ ਕਿ ਇਹ ਲੋਕ ਜਿਹੜੇ ਆ ਨੌਕਰੀ ਦੇਣ ਵਾਲੇ ਬਣਨ, ਨਾ ਕਿ ਨੌਕਰੀ ਮੰਗਣ ਵਾਲੇ। ਸੋ ਕਿਤੇ ਨਾ ਕਿਤੇ ਬਹੁਤ ਵੱਡਾ ਸਾਡਾ ਯੂਥ ਜਿਹੜਾ ਹੈ ਉਸ ਨੂੰ ਸਕਿੱਲ ਕਰਨਾ। ਸੋ ਇਹਦੇ ਉੱਤੇ ਹੀ ਇਸ ਵੇਲੇ ਦੇਸ਼ ਦਾ ਫੋਕਸ ਹੈ। ਕਿਤੇ ਨਾ ਕਿਤੇ ਇਸ ਚੀਜ਼ ਵੱਲ ਅਸੀਂ ਬਹੁਤ ਤੇਜ਼ੀ ਦੇ ਨਾਲ ਵਧਦੇ। ਸੋ ਅੱਜ ਦਾ ਮਸਲਾ ਪ੍ਰੋਗਰਾਮ 'ਚ ਅਸੀਂ ਇਸੇ ਵਿਸ਼ੇ ਨੂੰ ਲੈ ਕੇ ਅੱਜ ਹਾਜ਼ਰ ਹੋਏ ਹਾਂ, ਤਕਨੀਕੀ ਕੌਸ਼ਲ ਸਮੇਂ ਦੀ ਲੋੜ। ਸੋ ਨੌਜਵਾਨਾਂ ਵਿੱਚ ਜਿਹੜਾ ਹੈ ਕਿਸ ਤਰੀਕੇ ਨਾਲ ਸਿੱਖਿਆ ਜਿਹੜੀ ਹੈ ਉਸ ਨੂੰ ਤਕਨੀਕੀ ਕੁਸ਼ਲਤਾ ਜਿਹੜੀ ਹੈ ਉਸ ਵਿੱਚ ਹੋਣੀ ਚਾਹੀਦੀ। ਸੋ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਵਾਸਤੇ ਅਸੀਂ ਆਪਣੇ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ। ਸਭ ਤੋਂ ਪਹਿਲਾਂ ਤਾਰੁਫ, ਮੇਰੇ ਨਾਲ ਬੈਠੇ ਹਨ ਡਾਕਟਰ BS ਸਿੱਧੂ ਜੀ, ਜੋ ਕਿ ਵਾਈਸ ਚਾਂਸਲਰ ਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਦੇ। ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਜੀ। ਔਰ ਨਾਲ ਬੈਠੇ ਹਨ ਸਾਡੇ ਸੰਦੀਪ ਕਾਜ਼ਲ ਜੀ, ਜੋ ਕਿ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿੱਚ ਬਤੌਰ ਡਿਪਟੀ ਕੰਟਰੋਲਰ ਨੇ। ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਔਰ ਦਰਸ਼ਕੋ, ਘਰ ਬੈਠੇ ਤੁਸੀਂ ਸਾਡੇ ਨਾਲ ਟੈਲੀਫੋਨ ਦੇ ਉੱਤੇ ਰਾਬਤਾ ਰੱਖਦੇ ਹੋ। ਸਾਡੇ ਟੈਲੀਫੋਨ ਨੰਬਰ ਨੋਟ ਕਰ ਲਓ 0181 281 4261, 0181 281 4264। ਸਾਨੂੰ ਤੁਹਾਡੀਆਂ ਕਾਲਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ। ਸੋ ਚਰਚਾ ਸ਼ੁਰੂ ਕਰਦੇ ਹਾਂ ਸਰ। ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਕਿ ਸਕਿੱਲ ਇੰਡੀਆ ਮਿਸ਼ਨ ਜਿਹੜਾ ਹੈ ਇਸ ਨੂੰ ਇੱਕ ਮਿਸ਼ਨ ਕਿਹਾ ਜਾਂਦਾ। ਸੋ ਇਸ ਦੀ ਲੋੜ ਕਿਉਂ ਪਈ, ਕਿਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ? ਬਿਲਕੁਲ ਸੰਜੀਵ ਜੀ, ਤੁਹਾਡਾ ਬਹੁਤ ਵਧੀਆ ਕੁਐਸਚਨ ਹੈ। ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਜਲੰਧਰ ਦੂਰਦਰਸ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਉਂਕਿ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਅੱਜ ਤਕਨੀਕੀ ਸਿੱਖਿਆ ਦੇ ਬਾਰੇ ਹੈ ਨਾ, ਜਾਂ ਉਸ ਤਰ੍ਹਾਂ ਦੀ ਜਿਹੜੀ ਸਕਿੱਲ ਡਿਵੈਲਪਮੈਂਟ ਦਾ ਜਿਹੜਾ ਇਨੀਸ਼ੀਏਟਿਵ ਭਾਰਤ ਸਰਕਾਰ ਵੱਲੋਂ ਲਿਆ ਗਿਆ, ਤਾਂ ਇੱਕ ਬਹੁਤ ਹੀ ਮੈਂ ਕਹਾਂਗਾ ਕਿ ਇਸ ਤਰ੍ਹਾਂ ਦਾ ਕਦਮ ਹੈ। ਕਿਉਂਕਿ ਜਦੋਂ ਤੱਕ ਅਸੀਂ ਬੱਚਿਆਂ ਨੂੰ ਜਾਂ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਦੀ ਡਿਗਰੀ ਜਾਂ ਗ੍ਰੈਜੂਏਸ਼ਨ ਦੇ ਨਾਲ ਜਾਂ ਪੋਸਟ ਗ੍ਰੈਜੂਏਸ਼ਨ ਦੇ ਨਾਲ ਕੋਈ ਐਡ ਔਨ ਸਕਿੱਲਸ ਪ੍ਰਦਾਨ ਨਹੀਂ ਕਰਦੇ, ਤਾਂ ਜਿੱਦਾਂ ਪਿੱਛੇ ਕਾਫੀ ਜ਼ਿਆਦਾ ਇਹ ਰਿਹਾ ਕਿ ਸਾਡੇ ਜਿਹੜੇ ਪਾਸ ਆਊਟ ਸਟੂਡੈਂਟਸ ਹੈ, ਕਿਉਂਕਿ ਉਹ ਇੰਜੀਨੀਅਰਿੰਗ ਦੇ ਵਿਸ਼ਿਆਂ ਨਾਲ ਜ਼ਿਆਦਾ ਜੁੜ ਜਾਂਦੇ ਆ ਕਿ ਉਹ ਇੰਪਲਾਏਬਲ ਨਹੀਂ ਹੈਗੇ, ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਲੋੜ ਹੈ। ਪਰ ਜਿਹੜਾ ਇਨੀਸ਼ੀਏਟਿਵ ਭਾਰਤ ਸਰਕਾਰ ਵੱਲੋਂ ਲਿਆ ਗਿਆ ਜਿਹਦੇ 'ਚ ਡਰੋਪ ਆਊਟ ਸਟੂਡੈਂਟਸ ਜਾਂ ਬਾਕੀ ਵਿਦਿਆਰਥੀ ਵੀ ਜਿਹੜੇ ਕਿਸੇ ਤਰ੍ਹਾਂ ਵੀ ਪਹਿਲਾਂ ਇਸ ਤਰ੍ਹਾਂ ਦੀ ਸਿੱਖਿਆ ਗ੍ਰਹਿਣ ਨਹੀਂ ਕਰ ਸਕੇ, ਉਹਨਾਂ ਦੇ ਵਾਸਤੇ ਵੀ ਜਿਹੜੀ ਇੱਕ ਸਕਿੱਲ ਡਿਵੈਲਪਮੈਂਟ ਦਾ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ, ਜਿਹਦਾ ਮੇਨ ਪਰਪਸ ਹੈ ਕਿ ਸਾਡੀ ਬਹੁਤ ਜ਼ਿਆਦਾ ਜਿਹੜੀ ਲੇਬਰ ਕਲਾਸ ਵੀ ਹੈ ਉਹ ਵੀ ਅਨਸਕਿਲਡ ਹੈ ਕੰਪੈਰੀਜ਼ਨ ਟੂ ਅਦਰ ਕੰਟਰੀਜ਼ ਜੀ। ਸੋ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਸਾਡੇ ਜਿਹੜੇ ਯੂਥ ਹੈ, ਨਾ ਸਿਰਫ ਯੂਥ ਬਲਕਿ ਉਹ ਲੋਕ ਵੀ ਜਿਹੜੇ ਕਿਤੇ ਨਾ ਕਿਤੇ ਸਕਿੱਲ ਹਾਸਲ ਕਰਨਾ ਚਾਹੁੰਦੇ ਤਾਂ ਕਿ ਆਪਣੇ ਪੈਰਾਂ ਉੱਤੇ ਖੜੇ ਹੋ ਸਕਣ, ਆਪਣਾ ਰੋਜ਼ੀ ਰੋਟੀ ਜਿਹੜੀ ਹੈ ਉਸ ਨੂੰ ਕਮਾ ਸਕਣ। ਸੋ ਉਹਦੇ ਵਾਸਤੇ ਹੀ ਇਹ ਮਿਸ਼ਨ ਜਿਹੜਾ ਉਸ ਦੀ ਸ਼ੁਰੂਆਤ ਕੀਤੀ ਗਈ। ਸਰ, ਆਮ ਤੌਰ 'ਤੇ ਇਸ ਵੇਲੇ ਬਹੁਤ ਸਾਰੀਆਂ ਸੂਬਿਆਂ ਵਿੱਚ ਔਰ ਸਰਕਾਰਾਂ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀਆਂ ਕਿ ਅਸੀਂ ਨੌਜਵਾਨਾਂ ਨੂੰ ਨੌਕਰੀ ਦੇਣ ਵਾਲਾ ਬਣਾਈਏ ਤਾਂ ਕਿ ਨੌਕਰੀ ਲੈਣ ਵਾਲਾ ਨਹੀਂ ਜਾਂ ਨੌਕਰੀ ਮੰਗਣ ਵਾਲਾ ਨਹੀਂ। ਸੋ ਇਸ ਤਰੀਕੇ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕਿ ਹਰ ਆਦਮੀ ਸਕਿਲਡ ਹੋਵੇ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸੰਜੀਵ ਜੀ, ਇਹਦੇ 'ਚ ਇਸ ਤਰ੍ਹਾਂ ਹੈ ਜੀ ਕਿ ਸਿੱਖਿਆ ਦਾ ਜੋ ਮਨੋਰਥ ਹੈ ਜੀ, ਉਹ ਇਨਸਾਨ ਨੂੰ ਜਾਂ ਵਿਦਿਆਰਥੀ ਨੂੰ ਕਾਬਲ ਬਣਾਉਣਾ ਹੈ ਜੀ। ਅਤੇ ਸਿੱਖਿਆ ਆਪਣੇ ਮਨੋਰਥ ਵਿੱਚ ਉਦੋਂ ਹੀ ਮੁਕੰਮਲ ਮੰਨੀ ਜਾਏਗੀ ਜਦੋਂ ਪੜ੍ਹਿਆ ਲਿਖਿਆ ਜੋ ਸਾਡਾ ਨੌਜਵਾਨ ਹੈ, ਜੋ ਸਾਡੇ ਸਕੂਲਾਂ ਕਾਲਜਾਂ 'ਚੋਂ ਪਾਸ ਆਊਟ ਹੁੰਦਾ ਹੈ, ਉਹ ਆਪਣੇ ਪੈਰਾਂ 'ਤੇ ਖੜਾ ਹੋ ਸਕੇ, ਉਹ ਰੋਜ਼ੀ ਰੋਟੀ ਕਮਾਉਣ ਜੋਗਾ ਹੋ ਸਕੇ ਔਰ ਸੁਸਾਇਟੀ ਦੇ ਵਿੱਚ ਕੁਛ ਨਾ ਕੁਛ ਕੰਟਰੀਬਿਊਟ ਕਰ ਸਕੇ। ਤਾਂ ਉਹ ਮਨੋਰਥ ਜ਼ਰੂਰੀ ਨਹੀਂ ਹੈ ਕਿ ਉਹ ਸਿਰਫ ਇੱਕ ਨੌਕਰੀ ਕਰਕੇ ਪੂਰਾ ਕਰ ਸਕਦਾ ਹੈ। ਉਹਦੇ ਵਾਸਤੇ ਉਹ ਬਹੁਤ ਸਾਰੇ ਹੋਰ ਵੈਂਚਰਸ ਵੀ ਐਕਸਪਲੋਰ ਕਰ ਸਕਦਾ ਹੈ, ਜਿਹਦੇ 'ਚ ਸੈਲਫ ਇੰਪਲੋਇਮੈਂਟ ਦਾ ਜੋ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਆਪਾਂ ਉਸ 'ਤੇ ਗੱਲਬਾਤ ਕਰ ਰਹੇ ਹਾਂ, ਵਿੱਦਿਅਕ ਅਦਾਰਿਆਂ ਦੇ ਵਿੱਚ ਵੀ ਗੱਲਬਾਤ ਕਰ ਰਹੇ ਹਾਂ ਕਿ ਅਸੀਂ ਸਟੂਡੈਂਟ ਨੂੰ ਸਿਰਫ ਇਸ ਤਰ੍ਹਾਂ ਦੇ ਮੋੜ 'ਤੇ ਨਾ ਖੜਾ ਕਰ ਦਈਏ ਕਾਲਜ ਵਿੱਚ ਪਾਸ ਆਊਟ ਹੋਣ ਤੋਂ ਬਾਅਦ ਕਿ ਜੀ ਮੈਂ ਨੌਕਰੀ ਲੈਣੀ ਆ, ਨੌਕਰੀ ਲੈਣ ਜਾਵੇ, ਨੌਕਰੀ ਨਾ ਮਿਲੇ, ਉਸ ਨੂੰ ਕਾਬਲੀਅਤ ਦੇ ਨਾਲ ਅਸੀਂ ਮਾਹਰ ਬਣਾਈਏ ਔਰ ਉਹ ਜਿਹੜੀ ਮਹਾਰਤ ਹੈ ਉਹ ਸਿਰਫ ਉਹਦੇ ਨੌਕਰੀ ਦੇ ਦਰਵਾਜ਼ਾ ਖਟਖਟਾਉਣ ਦੇ ਉੱਤੇ ਸੀਮਤ ਨਾ ਰਹਿ ਸਕੇ, ਬਲਕਿ ਇੰਨੀ ਐਕਸੀਡ ਕਰ ਜਾਵੇ ਕਿ ਉਹ ਇੱਕ ਇੰਪਲੋਇਰ ਦੇ ਤੌਰ 'ਤੇ ਵੀ, ਇੱਕ ਬਿਜ਼ਨਸਮੈਨ ਦੇ ਤੌਰ 'ਤੇ ਵੀ ਉੱਭਰ ਸਕੇ। ਜੀ। ਸੋ ਬੜੀ ਇੰਪੋਰਟੈਂਟ ਗੱਲ ਹੈ ਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਡਾ ਜਿਹੜਾ ਯੂਥ ਹੈ ਉਹ ਵਾਈਟ ਕਾਲਰ ਜੌਬ ਦੇ ਪਿੱਛੇ ਦੌੜਦਾ, ਲੇਕਿਨ ਅਸੀਂ ਕਈ ਵਾਰ ਦੇਖਦੇ ਹਾਂ ਕਿ ਉਹਦੇ ਵਿੱਚ ਪਿੱਛੇ ਰਹਿ ਜਾਂਦਾ ਔਰ ਫਰਸਟ੍ਰੇਸ਼ਨ ਜਿਹੜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ
ਇਹਨਾਂ ਯੂਥ ਨੂੰ ਅਸੀਂ ਆਪਣੇ ਆਪ ਆਪਣੇ ਪੈਰਾਂ ਉੱਤੇ ਖੜੇ ਹੋਣ ਦੇ ਕਾਬਿਲ ਬਣਾਉਣਾ ਹੀ ਸਕਿੱਲ ਇੰਡੀਆ ਮਿਸ਼ਨ ਦਾ ਜ਼ੋਰ ਹੈ। ਸਰ ਮੈਂ ਆਮ ਤੁਹਾਡੇ ਕੋਲੋਂ ਇਹ ਗੱਲ ਜਿਹੜੀ ਕਿ ਕਿਹੜੀਆਂ ਸਾਡੀਆਂ ਸਕਿੱਲਸ ਹੈਗੀਆਂ ਜਿਹੜੀਆਂ ਯੂਨੀਵਰਸਿਟੀਆਂ, ਜਿਸ ਤਰ੍ਹਾਂ ਟੈਕਨੀਕਲ ਯੂਨੀਵਰਸਿਟੀ ਤੁਸੀਂ ਵੀ ਉਹ ਬਤੌਰ ਵਾਈਸ ਚਾਂਸਲਰ ਭੂਮਿਕਾ ਨਿਭਾ ਰਹੇ ਹੋ, ਔਰ ਤੁਸੀਂ ਵੀ ਸਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ 'ਚੋਂ, ਸੋ ਲੋੜੀਂਦੀਆਂ ਸਕਿੱਲਸ ਜਿਹੜੀਆਂ ਹੈ ਉਹ ਕੀ ਸਾਡੀਆਂ ਕਾਲਜ ਯੂਨੀਵਰਸਿਟੀਜ਼ ਜਿਹੜੀਆਂ ਉਹ ਯੂਥ ਨੂੰ ਦੇ ਪਾ ਰਹੀਆਂ, ਜਾਂ ਕਿੱਦਾਂ ਤੁਸੀਂ ਇਹਨੂੰ ਅਸੈਸ ਕਰਦੇ ਹੋ? ਬਿਲਕੁਲ ਜੀ, ਤੁਹਾਡਾ ਬਹੁਤ ਰੈਲੇਵੈਂਟ ਕੁਐਸਚਨ ਹੈ, ਕਿਉਂਕਿ ਅਗਰ ਤਾਂ ਅਸੀਂ ਯੂਨੀਵਰਸਿਟੀ ਦੀ ਜਾਂ ਕਿਸੇ ਇੱਕ ਉਸ ਕੋਰਸ ਦੀ ਜਿਹਦੇ 'ਚ ਬੱਚਾ ਅੰਡਰ ਗ੍ਰੈਜੂਏਟ ਦੀ ਡਿਗਰੀ ਕਰ ਰਿਹਾ ਜਾਂ ਪੋਸਟ ਗ੍ਰੈਜੂਏਟ ਦੀ ਡਿਗਰੀ ਕਰ ਰਿਹਾ, ਤਾਂ ਬੇਸਿਕਲੀ ਉਹਦਾ ਪਹਿਲਾ ਮਕਸਦ ਸੀ ਕਿ ਅਸੀਂ ਜਿਹੜੀਆਂ ਬੇਸਿਕ ਦੇ ਸੰਬੰਧੀ ਬੱਚੇ ਨੂੰ ਦੱਸਿਆ ਜਾਵੇ ਕਿ ਜਿਹੜੀਆਂ ਉਹਦੀਆਂ ਬੇਸਿਕਸ ਹੈ ਉਹ ਅੰਡਰਸਟੈਂਡ ਕਰੇ। ਤਾਂ ਇਸ ਤੋਂ ਪਹਿਲਾਂ ਜ਼ਿਆਦਾ ਇਹ ਹੁੰਦਾ ਸੀ ਕਿ ਜਦੋਂ ਬੱਚਾ ਪਾਸ ਆਊਟ ਹੋ ਜਾਂਦਾ ਸੀ ਤਾਂ ਉਹਦੀ ਜਿੱਥੇ ਕਿਤੇ ਵੀ ਕਿਸੇ ਕੰਪਨੀ ਦੇ ਵਿੱਚ ਸਿਲੈਕਸ਼ਨ ਹੁੰਦੀ ਸੀ ਤਾਂ ਉਹ ਜਿਹੜੀਆਂ ਕੰਪਨੀ ਸੀ ਦੇ ਵਿਲ ਪ੍ਰੋਵਾਈਡ ਫਸਟ ਅ ਟ੍ਰੇਨਿੰਗ ਫਾਰ ਲਾਈਕ 6 ਮੰਥਸ ਔਰ ਮੋਰ ਦੈਨ ਦੈਟ, ਕਿ ਉੱਥੇ ਉਹ ਬੱਚਿਆਂ ਨੂੰ ਫਿਰ ਉੱਦਾਂ ਦੀਆਂ ਸਕਿੱਲਸ ਉਹ ਦਿੰਦੇ ਸੀ ਜਿਹੜੀਆਂ ਉਹਨਾਂ ਦੇ ਕੰਮ ਨਾਲ ਰਿਲੇਟਡ ਸੀ। ਪਰ ਹੁਣ ਜਿਹੜਾ ਇੱਕ ਸਮਾਂ ਹੈ ਉਹਦੇ 'ਚ ਕਾਫੀ ਜ਼ਿਆਦਾ ਚੇਂਜ ਹੋਈ ਹੈ। ਹੁਣ ਜਿਹੜੀਆਂ ਇੰਡਸਟਰੀਜ਼ ਵੀ ਹੈ ਜਾਂ ਮਲਟੀਨੈਸ਼ਨਲ ਕੰਪਨੀਜ਼ ਵੀ ਹੈ, ਉਹ ਸਾਰੀਆਂ ਇਹ ਲੱਭਦੀਆਂ ਕਿ ਸਾਨੂੰ ਜੌਬ ਰੈਡੀ ਸਟੂਡੈਂਟ ਹੀ ਮਿਲ ਜੀ, ਤਾਂ ਜਿਹਦੇ ਕਰਕੇ ਜਿਹੜਾ ਉਹ ਪਾਰਟ ਹੈ, ਜਿਹੜਾ ਉਹ ਗੈਪ ਹੈ, ਉਹ ਯੂਨੀਵਰਸਿਟੀਆਂ ਦੇ ਕੋਲ ਆ ਗਿਆ। ਤਾਂ ਆਲਮੋਸਟ ਹੁਣ ਹਰ ਇੱਕ ਯੂਨੀਵਰਸਿਟੀ ਹੀ ਇਹ ਪਲਾਨ ਕਰ ਰਹੀ ਹੈ ਕਿ ਉਹ ਕੋਈ ਵੀ ਡਿਗਰੀ ਬੱਚਾ ਕਰ ਰਿਹਾ ਉਹਨੂੰ ਉਹਦੇ ਨਾਲ ਅਗਰ ਅਸੀਂ ਕੁਝ ਐਡ ਔਨ ਸਕਿੱਲਸ ਦੇ ਦਿਆਂਗੇ ਹੈ ਨਾ, ਜਾਂ ਉਹ ਬੱਚੇ ਨੂੰ ਗਾਈਡ ਕਰ ਦਿਆਂਗੇ, ਉਹ ਆਪਣੇ ਲੈਵਲ ਤੇ ਵੀ ਉਸ ਤਰ੍ਹਾਂ ਦੀਆਂ ਐਡ ਔਨ ਸਕਿੱਲਸ ਲੈ ਲੂਗਾ, ਤਾਂ ਅਲਟੀਮੇਟਲੀ ਜਦੋਂ ਉਹ ਪਾਸ ਆਊਟ ਹੋਊਗਾ ਉਹਦੀ ਕਿਤੇ ਪਲੇਸਮੈਂਟ ਚੰਗੀ ਜਗ੍ਹਾ ਤੇ ਹੋ ਜੇ, ਤੇ ਉਦੋਂ ਬਾਅਦ ਜਿਹੜਾ ਉਹਦਾ ਅਕੈਡਮਿਕ ਕੈਰੀਅਰ ਹੈ ਉਹ ਬਹੁਤ ਵਧੀਆ ਸ਼ੁਰੂ ਹੋ ਜੇ। ਇਹੋ ਜਿਹੇ ਇਨੀਸ਼ੀਏਟਿਵ ਆਲਮੋਸਟ ਸਾਰੀਆਂ ਯੂਨੀਵਰਸਿਟੀਜ਼ ਲੈ ਰਹੀਆਂ। ਔਰ ਦੂਸਰੀ ਅਗਰ ਮੈਂ ਗੱਲ ਕਰਾਂ ਤਾਂ ਜਿਹੜਾ ਇੰਡੀਆ ਦਾ ਸਕਿੱਲ ਡਿਵੈਲਪਮੈਂਟ ਮਿਸ਼ਨ ਹੈ ਉਹਦੇ ਨਾਲ ਥੋੜੀ ਜਿਹੀ ਇਸ ਚੀਜ਼ ਦੇ ਵਿੱਚ ਇੰਪਰੂਵਮੈਂਟ ਵੀ ਹੋਈ ਹੈ। ਜਿਹੜਾ ਡਾਟਾ ਹੈ, ਜੇ ਉਹ ਪੁਰਾਣੇ ਡਾਟੇ ਨੂੰ ਤੇ ਹੁਣ ਨੂੰ ਅਸੀਂ ਕੰਪੇਅਰ ਕਰੀਏ ਤਾਂ ਅੱਜ ਅਗਰ ਤੁਸੀਂ ਨੈੱਟ ਤੇ ਵੀ ਦੇਖੋਗੇ ਜ਼ਿਆਦਾਤਰ ਹੁਣ ਇਹ ਆ ਗਿਆ ਕਿ ਸਾਡੇ ਮੋਰ ਦੈਨ 45% ਜਿਹੜੇ ਪਾਸ ਆਊਟ ਸਟੂਡੈਂਟਸ ਹੈ ਉਹ ਇੰਪਲਾਏਬਲ ਹੈਗੇ ਹੈ, ਜਦੋਂ ਕਿ ਪਹਿਲਾਂ ਇਹ ਫਿਗਰ ਬਹੁਤ ਘੱਟ ਸੀ। ਤਾਂ ਉਹਦਾ ਮਤਲਬ ਇਹ ਹੈ ਕਿ ਹਰ ਇੱਕ ਯੂਨੀਵਰਸਿਟੀ ਨੇ ਥੋੜਾ ਉਸ ਤਰ੍ਹਾਂ ਦਾ ਜਿਹੜਾ ਇਨੀਸ਼ੀਏਟਿਵ ਲਿਆ, ਤੇ ਕੁਝ ਜਿਹੜੇ ਡ੍ਰੌਪ ਆਊਟਸ ਬੱਚਿਆਂ ਵਾਸਤੇ ਆਪਣੀ ਭਾਰਤ ਸਰਕਾਰ ਵੱਲੋਂ ਵੀ ਇਨੀਸ਼ੀਏਟਿਵ ਲਏ ਗਏ ਜੀ। ਸੋ ਇਹਦੇ ਉੱਤੇ ਆਪਾਂ ਹੋਰ ਚਰਚਾ ਰੱਖਾਂਗੇ। ਜਿਸ ਤਰ੍ਹਾਂ ਤੁਸੀਂ ਇੱਕ ਬੜਾ ਇੰਪੋਰਟੈਂਟ ਮੁੱਦਾ ਜਿਹੜਾ ਰੇਜ਼ ਕੀਤਾ ਕਿ ਇੰਡਸਟਰੀ ਦੇ ਨਾਲ ਕਿਤੇ ਨਾ ਕਿਤੇ ਤਾਲਮੇਲ ਜਿਹੜਾ ਹੁਣ ਸਿਲੇਬਸ ਬਣਾਉਣ ਵਿੱਚ ਯੂਨੀਵਰਸਿਟੀਆਂ ਨੇ ਰੱਖਿਆ ਤਾਂ ਕਿ ਯੂਥ ਜਿਹੜਾ ਸਿੱਧਾ ਡਾਇਰੈਕਟ ਇੰਪਲਾਈ ਹੋ ਸਕੇ। ਮੈਂ ਸਰ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਸ ਵੇਲੇ ਸਕਿਲਡ ਵਰਕਰ ਜਿਹੜੇ ਆ ਸਰਕਾਰ ਨੇ ਟ੍ਰੇਨਿੰਗ ਦੇ ਦਿੱਤੀ ਔਰ ਸਕਿੱਲ ਜਿਹੜੀ ਬੱਚੇ ਨੇ ਹਾਸਲ ਕਰ ਲਈ, ਉਸ ਤੋਂ ਬਾਅਦ ਉਸ ਨੂੰ ਵਰਕ ਜਿਹੜੀਆਂ ਅਪਰਚੂਨਿਟੀਜ਼ ਮਿਲਣ ਉਹਦੇ ਵਾਸਤੇ ਕੀ ਕੁਝ ਇਹੋ ਜਿਹਾ ਪਲੇਟਫਾਰਮ ਵੀ ਤਿਆਰ ਹੋ ਰਿਹਾ, ਕੋਈ ਐਪਲੀਕੇਸ਼ਨਸ ਜਾਂ ਕਿਸੇ ਤਰੀਕੇ ਨਾਲ, ਤਾਂ ਕਿ ਉਹ ਸਕਿਲਡ ਵਰਕਰ ਜਿਹਨੇ ਕੋਈ ਕੰਮ ਦੀ ਲੋੜ ਹੈਗੀ ਉੱਥੋਂ ਉਹਨਾਂ ਨੂੰ ਇੰਪਲਾਈ ਕਰ ਸਕੇ, ਕੁਝ ਇਹੋ ਜਿਹਾ ਇਨੀਸ਼ੀਏਟਿਵ? ਸੰਜੀਵ ਜੀ, ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਚੀਜ਼ ਜ਼ਰੂਰ ਸਾਂਝੀ ਕਰੂੰਗਾ ਕਿ ਜਦੋਂ ਆਪਾਂ ਸਕਿੱਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਸਕਿੱਲ ਗੈਪ ਜ਼ਰੂਰ ਹੁੰਦਾ ਹੈਗਾ, ਔਰ ਸਕਿੱਲ ਗੈਪ ਇੰਡਸਟਰੀ ਦੀ ਕੀ ਐਕਸਪੈਕਟੇਸ਼ਨ ਹੈ ਸਾਡੇ ਬੱਚਿਆਂ ਤੋਂ, ਔਰ ਅਸੀਂ ਇੰਡਸਟਰੀ ਨੂੰ ਕੀ ਡਿਲੀਵਰ ਕਰ ਰਹੇ ਹਾਂ, ਉਹਦੇ ਵਿੱਚ ਜੋ ਗੈਪ ਹੈ ਉਹਨੂੰ ਹੀ ਆਪਾਂ ਸਕਿੱਲ ਗੈਪ ਕਹਿੰਦੇ ਹੈਗੇ। ਇੰਡਸਟਰੀ ਕੋਈ ਸਟੈਟਿਕ ਵਰਲਡ ਨਹੀਂ ਹੈ। ਇੰਡਸਟਰੀ ਹਰ ਰੋਜ਼ ਟੈਕਨੋਲੋਜੀ ਦੇ ਨਾਲ ਨਵੀਂ ਕੋਈ ਕਾਢ ਕੱਢਦੀ ਹੈ, ਕੋਈ ਨਵੀਂ ਟੈਕਨੋਲੋਜੀ ਆਉਂਦੀ ਰਹਿੰਦੀ ਹੈ, ਚੀਜ਼ਾਂ ਨੂੰ ਬਣਾਉਣ ਦੇ ਤਰੀਕੇ ਬਦਲਦੇ ਰਹਿੰਦੇ ਨੇ, ਨਵੀਂ ਟੈਕਨੋਲੋਜੀ ਮਾਰਕੀਟ 'ਚ ਆ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਜੋ ਕਾਲਜਿਸ ਨੇ, ਯੂਨੀਵਰਸਿਟੀਆਂ ਨੇ, ਅਗਰ ਤਾਂ ਉਹ ਆਪਣੀ ਪੇਸ ਉਸ ਟੈਕਨੋਲੋਜੀ ਦੇ ਨਾਲ ਬਣਾ ਕੇ ਰੱਖਣਗੀਆਂ ਤੇ ਉਹ ਬੱਚੇ ਨੂੰ ਸਹੀ ਤਰ੍ਹਾਂ ਦੀ ਟ੍ਰੇਨਿੰਗ ਦੇ ਪਾਣਗੀਆਂ, ਸਕਿੱਲ ਗੈਪ ਨਹੀਂ ਕ੍ਰੀਏਟ ਹੋਏਗਾ। ਪਰ ਜੋ ਸਾਡਾ ਓਵਰਆਲ ਅਕੈਡਮਿਕ ਢਾਂਚਾ ਹੈ, ਅਕੈਡਮਿਕ ਸਟਰਕਚਰ ਹੈ, ਇਹਦੇ ਵਿੱਚ ਵੀ ਬਹੁਤ ਸਾਰੇ ਰਿਫਾਰਮਸ ਕਰਨ ਦੀ ਜ਼ਰੂਰਤ ਰਹਿੰਦੀ ਹੈ। ਅੱਜ ਕੱਲ੍ਹ ਯੂਨੀਵਰਸਿਟੀਜ਼ ਜੋ ਹੈ ਉਹ ਇਸ ਚੀਜ਼ ਬਾਰੇ ਭਲੀ ਭਾਂਤੀ ਜਾਣੂ ਹੈਗੀਆਂ ਨੇ, ਔਰ ਕੇਂਦਰ ਸਰਕਾਰ ਨੇ ਜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਵੀ, ਨਿਊ ਐਜੂਕੇਸ਼ਨ ਪਾਲਿਸੀ 2020 ਇੱਕ ਲਾਗੂ ਕੀਤੀ ਹੈ। ਉਹਦਾ ਮੰਤਵ ਵੀ, ਉਹਦਾ ਮਨੋਰਥ ਵੀ ਇਹੀ ਹੈ ਕਿ ਅਸੀਂ ਇੰਡਸਟਰੀ ਦਾ ਔਰ ਅਕੈਡਮਿਕਸ ਦਾ ਜਿਹੜਾ ਗੈਪ ਹੈ ਉਹਨੂੰ ਘਟਾਈਏ, ਔਰ ਉਹਨੂੰ ਘਟਾਉਣ ਦੇ ਵਾਸਤੇ ਜਿਵੇਂ ਸਾਡੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਿੱਚ ਜੋ ਸਾਡੇ ਪ੍ਰੈਕਟਿਸ ਹੈ ਜੀ, ਅਸੀਂ ਜੋ ਵੀ ਬੱਚਿਆਂ ਦਾ ਸਿਲੇਬਸ ਹੈ ਜੋ ਉਹਨਾਂ ਨੇ ਆਪਣੀ 4 ਸਾਲ ਦੀ 5 ਸਾਲ ਦੀ ਡਿਗਰੀ ਦੇ ਦੌਰਾਨ ਪੜ੍ਹਨਾ, ਉਹ ਸਿਲੇਬਸ ਇੰਡਸਟਰੀ ਦੇ ਐਕਸਪਰਟਸ ਦੇ ਨਾਲ ਬੈਠ ਕੇ ਤਿਆਰ ਕਰਦੇ ਹਾਂ। ਉਹਨੂੰ ਅਸੀਂ ਸਾਡੇ ਬੋਰਡ ਆਫ ਸਟੱਡੀਜ਼ ਦਾ ਪ੍ਰੋਪਰ ਇੱਕ ਸਟਰਕਚਰ ਬਣਿਆ ਹੋਇਆ, ਉਹਦੇ ਵਿੱਚ ਮੈਂਡੇਟਰੀ 3 ਜਿਹੜੇ ਨੁਮਾਇੰਦੇ ਹੈਗੇ ਉਹ ਇੰਡਸਟਰੀ ਤੋਂ ਸੰਬੰਧਿਤ ਇੰਡਸਟਰੀ ਤੋਂ ਆਣੇ ਆ। ਫੋਰ ਐਗਜ਼ਾਮਪਲ ਅਗਰ ਉਹ ਮਕੈਨੀਕਲ ਇੰਜੀਨੀਅਰਿੰਗ ਦਾ ਸਿਲੇਬਸ ਹੈ ਤੇ ਉਹ ਮਕੈਨੀਕਲ ਦੀ ਇੰਡਸਟਰੀ ਤੋਂ ਐਕਸਪਰਟਸ ਆ ਕੇ ਬਣਾਉਂਦੇ ਨੇ। ਉਹਦੇ ਨਾਲ ਕੀ ਹੈ ਕਿ ਜੋ ਪ੍ਰੋਫੈਸਰ ਸਹਿਬਾਨ ਨੇ ਉਹਨਾਂ ਨੇ ਥਿਓਰੈਟੀਕਲ ਪੋਰਸ਼ਨ ਔਰ ਰਿਸਰਚ ਪੋਰਸ਼ਨ ਦਾ ਖਿਆਲ ਰੱਖਣਾ ਹੈ,
ਇੰਡਸਟਰੀਅਲ ਜਿਹੜੇ ਐਕਸਪਰਟਸ ਨੇ ਉਹਨਾਂ ਨੇ ਆ ਕੇ ਲੇਟੈਸਟ ਟੈਕਨੋਲੋਜੀ ਦਾ ਧਿਆਨ ਰੱਖਣਾ। ਉਸ ਤਰ੍ਹਾਂ ਦਾ ਜਦੋਂ ਸਿਲੇਬਸ ਬਣੇਗਾ ਤਾਂ ਨੈਚੁਰਲੀ ਜੋ ਸਕਿੱਲ ਗੈਪ ਹੈ ਘਟੇਗਾ। ਔਰ ਜੋ ਬੇਸਿਕ ਮੋਟਿਵ ਵੀ ਇਹ ਹੈ ਕਿ ਅਸੀਂ ਸਕਿੱਲ ਕਰਨਾ ਹੈ ਯੂਥ ਨੂੰ ਤਾਂ ਕਿ ਉਹ ਇੰਡਸਟਰੀ ਵਿੱਚ ਸਿੱਧਾ ਡਾਇਰੈਕਟ ਇੰਪਲਾਏਬਲ ਹੋ ਸਕੇ। ਸੋ ਬੜਾ ਅੱਛਾ ਇਨੀਸ਼ੀਏਟਿਵ ਜਿਹੜਾ ਤੁਸੀਂ ਦੱਸਿਆ। ਸਰ ਮੈਂ ਤੁਹਾਡੇ ਕੋਲੋਂ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਕਰਕੇ ਵੀ ਇੱਕ ਯੋਜਨਾ ਚਲਾਈ ਗਈ ਜਿਹਦੇ ਵਿੱਚ ਵੀ ਕੌਸ਼ਲ ਵਿਕਾਸ ਜਿਹੜਾ ਹੈ ਅਸੀਂ ਯੂਥ ਦਾ ਕਰਨਾ। ਸੋ ਇਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ। ਬਿਲਕੁਲ ਜੀ, ਇਹ ਆਪਣਾ ਸੰਜੀਵ ਜੀ ਦੋ ਚੀਜ਼ਾਂ ਹੈਗੀਆਂ ਜਿਹੜੇ ਭਾਰਤ ਸਰਕਾਰ ਦੇ ਇਹ ਇਨੀਸ਼ੀਏਟਿਵ ਹੈ ਉਹ ਜਨਰਲੀ ਹੈਗੇ ਆ ਜਿਹੜੇ ਡ੍ਰੌਪ ਆਊਟ ਸਾਡੇ ਸਟੂਡੈਂਟਸ ਜੀ ਕਿ ਬੇਸ਼ੱਕ ਉਹ ਕੋਈ 8ਵੀਂ ਤੋਂ ਬਾਅਦ ਜਾਂ 10ਵੀਂ ਤੋਂ ਬਾਅਦ ਔਰ ਮੈਂ ਕਹਾਂਗਾ ਇੱਕ ਬਹੁਤ ਵਧੀਆ ਇਹ ਇਨੀਸ਼ੀਏਟਿਵ ਹੈ ਕਿਉਂਕਿ ਅਗਰ ਅਸੀਂ ਦੇਖਦੇ ਹਾਂ ਸਾਡੀ ਜਿਹੜੀ ਲੇਬਰ ਕਲਾਸ ਵੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਅਨਸਕਿਲਡ ਹੈ ਤਾਂ ਅਗਰ ਅਸੀਂ ਉਹਨਾਂ ਨੂੰ ਸਕਿੱਲ ਦੇ ਦਿਆਂਗੇ ਇੱਦਾਂ ਦੀਆਂ ਸਕਿੱਲਸ ਤਾਂ ਉਹਦੇ ਨਾਲ ਕੀ ਹੈ ਕਿ ਬਹੁਤ ਜ਼ਿਆਦਾ ਸਾਡੀ ਜਿਹੜੀ ਰੋਜ਼ਮਰਰਾ ਦੇ ਜਿਹੜੇ ਕੰਮ ਹੈ ਜਿੱਦਾਂ ਤੁਸੀਂ ਪਲੰਬਰ ਦੀ ਗੱਲ ਕਰ ਲਓ, ਤੁਸੀਂ ਇਲੈਕਟ੍ਰੀਸ਼ੀਅਨ ਦੀ ਗੱਲ ਕਰ ਲਓ ਤਾਂ ਉਹਦੇ 'ਚ ਇੱਕ ਇੱਦਾਂ ਦੀ ਐਫੀਸ਼ੀਐਂਸੀ ਵੀ ਆਊਗੀ ਤੇ ਉਹਦੇ 'ਚ ਇਕਨੋਮੀ ਵੀ ਕ੍ਰੀਏਟ ਹੋਊਗੀ। ਔਰ ਦੂਸਰੀ ਗੱਲ ਹੈ ਕਿ ਜਿਹੜੇ ਉਸ ਤਰ੍ਹਾਂ ਦੀ ਸਾਡੀ ਜਿਹੜੀ ਸਕਿਲਡ ਲੇਬਰ ਹੈ ਉਹਨਾਂ ਦੀ ਇੱਕ ਜੌਬ ਦਾ ਸਿਨਾਰੀਓ ਵੀ ਪਹਿਲਾਂ ਨਾਲੋਂ ਵਧੀਆ ਹੋ ਜਾਊਗਾ। ਜਿਹੜਾ ਮੇਨ ਉਹਦਾ ਮਕਸਦ ਲਿਆ ਗਿਆ ਤਾਂ ਉਹਦੇ 'ਚ ਇਹ ਵੀ ਬਿਲਕੁਲ ਜਿਹੜੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਹੈ ਉਹਦਾ ਪਰਪਸ ਵੀ ਇਹੀ ਸੀਗਾ ਕਿ ਉਹਦੇ ਡਿਫਰੈਂਟ ਟਾਰਗੇਟ ਸੀਗੇ ਜਿਹੜੇ ਮਿਨਿਸਟਰੀ ਆਫ ਸਕਿੱਲ ਵੱਲੋਂ ਰੱਖੇ ਗਏ ਸੀਗੇ। ਤਾਂ ਪਹਿਲਾਂ ਜਿੱਦਾਂ ਇਹ ਸ਼ੁਰੂ ਹੋਈ 2015-16 ਦੇ ਵਿੱਚ ਤਾਂ ਉਸ ਵੇਲੇ ਜਿਹੜਾ ਇੱਕ 25 ਲੱਖ ਸਟੂਡੈਂਟਸ ਇਹਦੇ ਅੰਡਰ ਟ੍ਰੇਨ ਕਰਨ ਦਾ ਟਾਰਗੇਟ ਸੀ ਜਿਹੜਾ ਉਹ ਬਿਲਕੁਲ ਅਚੀਵ ਹੋਇਆ। ਉਸ ਤੋਂ ਬਾਅਦ ਜਿਹੜਾ ਇਹਦਾ 4 ਸਾਲ ਦਾ ਟਾਰਗੇਟ ਸੀ ਦੈਟ ਇਜ਼ ਅਰਾਊਂਡ 10 ਮਿਲੀਅਨ 1 ਕਰੋੜ ਦੇ ਆਸ-ਪਾਸ। ਤਾਂ ਉਹਦੇ 'ਚ ਮਕਸਦ ਇਹੀ ਹੈ ਕਿ ਜਿਹੜੀ ਗਵਰਨਮੈਂਟ ਹੈ ਉਹ ਸਾਰਾ ਸਪਾਂਸਰ ਕਰ ਰਹੀ ਹੈ। ਜਿਹੜੇ ਉਹਨਾਂ ਦੀ ਟ੍ਰੇਨਿੰਗ ਦਾ ਜਿੰਨਾ ਖਰਚਾ ਹੈ ਉਹ ਸਾਰਾ ਸਾਡੀ ਸੈਂਟਰ ਗਵਰਨਮੈਂਟ ਦੇ ਰਹੀ ਹੈ। ਔਰ ਇਸ ਤੋਂ ਇਲਾਵਾ ਨਾਲ ਹੋਰ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਸਕੀਮਸ ਹੈਗੀਆਂ ਜਿੱਦਾਂ ਆਪਾਂ ਹੁਣ ਡਿਸਕਸ ਕਰ ਰਹੇ ਸੀ DDU ਹੈ ਨਾ, ਦੀਨ ਦਿਆਲ ਉਪਾਧਿਆਏ ਯੋਜਨਾ ਜਿਹੜੀ ਸਪੈਸ਼ਲੀ ਹੈਗੀ ਹੈ ਗ੍ਰਾਮੀਣ ਬੱਚਿਆਂ ਵਾਸਤੇ ਵੀ ਹੈ। ਤਾਂ ਉਹਨਾਂ ਦਾ ਪਰਪਸ ਕੀ ਹੈ ਕਿ ਉਸ ਤਰ੍ਹਾਂ ਦੇ ਅਗਰ ਅਸੀਂ ਡ੍ਰੌਪ ਆਊਟ ਬੱਚੇ ਲੈ ਲਈਏ ਉਹਦੇ ਨਾਲ ਇਕੱਲੀ ਉਹਦੀ ਟ੍ਰੇਨਿੰਗ ਨਹੀਂ, ਗਵਰਨਮੈਂਟ ਇਹ ਵੀ ਦੇਖ ਰਹੀ ਹੈ ਕਿ ਉਹਨਾਂ ਦੀ ਪਲੇਸਮੈਂਟ ਹੋ ਰਹੀ ਹੈ ਕਿ ਨਹੀਂ ਹੋ ਰਹੀ ਤਾਂ ਉਹਦੇ 'ਚ ਪਲੇਸਮੈਂਟ ਦਾ ਟਾਰਗੇਟ ਵੀ ਨਾਲ ਹੈ। ਪਰ ਜਿਹੜੀ ਮੇਨ ਮੁੱਖ ਅਗਰ ਅਸੀਂ ਲੋੜ ਦੀ ਗੱਲ ਕਰੀਏ ਉਹ ਲੋੜ ਇੱਥੋਂ ਜਨਰੇਟ ਹੋਈ ਹੈ ਕਿ ਵਰਲਡ ਲੈਵਲ ਦੇ ਉੱਪਰ ਵੀ ਅਗਰ ਅਸੀਂ ਕੰਪੇਅਰ ਕਰਦੇ ਹਾਂ ਜਿਹੜੇ ਐਡਵਾਂਸਡ ਕੰਟਰੀ ਹੈ ਉਹਨਾਂ ਦੇ ਵਿੱਚ ਜਿਹੜੀ ਇਵਨ ਲੇਬਰ ਕਲਾਸ ਵੀ ਹੈ ਉਹ ਮੋਰ ਦੈਨ 90% ਸਕਿਲਡ ਹੈ ਸਾਡੇ ਕੰਪੈਰੀਜ਼ਨ ਦੇ ਵਿੱਚ। ਜਿਹੜਾ ਸਾਡੇ ਜਦੋਂ ਸ਼ੁਰੂ ਕੀਤਾ ਸਕਿੱਲ ਡਿਵੈਲਪਮੈਂਟ ਦਾ ਤਾਂ ਉਸ ਵੇਲੇ ਜਿਹੜੀ 4 ਜਾਂ 5% ਸੀ ਜਿਹੜਾ ਕਿ ਹੁਣ ਜਿਹੜਾ ਸਾਡਾ ਟਾਰਗੇਟ ਆ ਉਹ 20% ਤੱਕ ਚਲਾ ਗਿਆ। 20% ਜਿਹੜੀ ਸਾਡੀ ਈਵਨ ਲੇਬਰ ਕਲਾਸ ਵੀ ਹੈ ਉਹ ਸਕਿਲਡ ਹੋ ਰਹੀ ਹੈ। ਪਰ ਇਹਦੇ 'ਚ ਹੋਰ ਬਹੁਤ ਜ਼ਿਆਦਾ ਇਨੀਸ਼ੀਏਟਿਵ ਦੀ ਲੋੜ ਹੈ ਕਿਉਂਕਿ ਸਾਡੀ ਜਿਹੜੀ ਵਰਕਫੋਰਸ ਜਿਹੜੀ ਅਸੀਂ ਕਹੀਏ ਜਿਹੜੀ ਉਸ ਤਰ੍ਹਾਂ ਦੀ ਪਾਪੂਲੇਸ਼ਨ ਹੈ ਜਿਹੜੀ ਵਰਕਿੰਗ ਏਜ ਦੇ ਵਿੱਚ ਹੈ ਉਹ ਕੰਪੈਰੇਟਿਵਲੀ ਸਾਰੇ ਕੰਟਰੀਜ਼ ਤੋਂ ਜ਼ਿਆਦਾ ਹੈ। ਜੇ ਮੈਂ ਕਹਾਂ ਕਿ 60% ਤੋਂ ਜ਼ਿਆਦਾ ਜਿਹੜੀ ਸਾਡੀ ਪਾਪੂਲੇਸ਼ਨ ਹੈ ਉਹਨਾਂ ਦੀ ਜਿਹੜੀ ਏਜ ਹੈ ਭਾਰਤ ਨੂੰ ਅਸੀਂ ਯੁਵਾ ਦੇਸ਼ ਵੀ ਇਸੇ ਕਰਕੇ ਸ਼ਾਇਦ ਕਰਨੇ। ਸੋ ਬੜਾ ਅੱਛਾ ਤੁਸੀਂ ਚੀਜ਼ਾਂ ਦੱਸੀਆਂ ਕਿ ਬਹੁਤ ਸਾਰੀਆਂ ਯੋਜਨਾਵਾਂ ਹੈਗੀਆਂ, ਸਿਰਫ ਸਾਨੂੰ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ ਕਿ ਅਸੀਂ ਕਿਹੜੀ ਯੋਜਨਾ ਦੇ ਵਿੱਚ ਬੈਨੀਫਿਟ ਲੈ ਸਕਦੇ ਹਾਂ। ਔਰ ਇਹ ਪਰਟੀਕੂਲਰ ਯੋਜਨਾਵਾਂ ਜਿਹੜੀਆਂ ਖਾਸ ਕਰਕੇ ਸਾਡੇ ਡ੍ਰੌਪ ਆਊਟਸ ਹੈਗੇ ਆ ਜਾਂ ਪੜ੍ਹਾਈ ਨਹੀਂ ਕਰ ਸਕੇ ਕਿਸੇ ਕਾਰਨਵਸ਼ ਉਹ ਵੀ ਤਕਨੀਕੀ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕਦੇ। ਸਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਹ ਜਿਹੜੇ ਟ੍ਰੇਨਡ ਯੂਥ ਹੁੰਦੇ ਆ ਜਿਨ੍ਹਾਂ ਨੂੰ ਇਹ ਸਰਟੀਫਿਕੇਟ ਕੁਛ ਨਾ 6 ਮਹੀਨੇ ਜਾਂ ਸਾਲ ਦਾ ਕੋਰਸ ਹੁੰਦਾ ਕੀ ਸਰਟੀਫਿਕੇਟ ਵੀ ਮਿਲਦੇ ਆ ਔਰ ਕੀ ਇਹ ਵਿਦੇਸ਼ਾਂ ਵਿੱਚ ਵੀ ਇਹਨਾਂ ਦਾ ਕੋਈ ਸਕੋਪ ਹੈਗਾ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜੀ ਬਿਲਕੁਲ ਸੰਜੀਵ ਜੀ। ਇਹਦੇ 'ਚ ਇਸ ਤਰ੍ਹਾਂ ਹੈ ਕਿ ਆਪਾਂ ਅਗਰ ਰੋਜ਼ਮਰਰਾ ਦੀ ਜ਼ਿੰਦਗੀ ਦੀ ਗੱਲ ਕਰ ਲਈਏ ਤੇ ਆਪਾਂ ਘਰ ਦੇ ਵਿੱਚ ਚਾਹੇ ਆਪਣਾ ਕੋਈ ਇਲੈਕਟ੍ਰੀਸ਼ੀਅਨ ਬੁਲਾਉਂਦੇ ਆ, ਕੋਈ ਪਲੰਬਰ ਬੁਲਾਉਂਦੇ ਆ, ਕੋਈ ਹੋਰ ਟੈਕਨੀਕਲ ਕੰਮ ਵਾਸਤੇ ਕਾਰਪੈਂਟਰ ਬੁਲਾਉਂਦੇ ਆ, ਆਪਾਂ ਜਨਰਲੀ ਨੋਟਿਸ ਕਰਦੇ ਹਾਂ ਕਿ ਹਰ ਇੱਕ ਟੈਕਨੀਸ਼ੀਅਨ ਜਾਂ ਜੋ ਵਰਕਰ ਹੈ ਉਹ ਬਹੁਤ ਅੱਛੀ ਕੁਆਲਿਟੀ ਦਾ ਸਕਿੱਲ ਨਹੀਂ ਰੱਖਦਾ ਹੈ। ਤੇ ਇੰਡਸਟਰੀ ਦੇ ਵਾਸਤੇ ਤਾਂ ਹੋਰ ਵੀ ਜ਼ਿਆਦਾ ਗੰਭੀਰ ਸਮੱਸਿਆ ਹੈ ਕਿ ਜਿਹਨਾਂ ਨੇ ਇੰਡਸਟਰੀ ਦੇ ਵਿੱਚ ਮੰਨ ਲਓ ਕੋਈ ਆਪਰੇਟਰ ਰੱਖਣਾ ਹੈ, ਕੋਈ ਵੈਲਡਰ ਰੱਖਣਾ ਹੈ, ਉਹ ਬਹੁਤ ਜ਼ਿਆਦਾ ਟ੍ਰੇਨਡ ਮੈਨ ਪਾਵਰ ਇੰਡਸਟਰੀ ਨੂੰ ਅਵੇਲੇਬਲ ਨਹੀਂ ਹੋ ਪਾਉਂਦੀ। ਇਸ ਕਰਕੇ ਜੋ ਸਰਕਾਰ ਦਾ ਇੱਕ ਟੀਚਾ ਸੀਗਾ ਉਹ ਇਹ ਸੀਗਾ ਕਿ ਜਿਹੜੀ ਇਨਫੋਰਮਲ ਸੈਕਟਰ ਦੇ ਵਿੱਚ ਮੈਨ ਪਾਵਰ ਕੰਮ ਕਰਦੀ ਹੈ, ਜਿਵੇਂ ਸਰਦਾਰ ਬੂਟਾ ਸਿੰਘ ਜੀ ਨੇ ਦੱਸਿਆ ਕਿ ਸਾਡੇ ਕੰਟਰੀ ਦੇ ਵਿੱਚ ਅਰਾਊਂਡ 20% ਦੇ ਆਸ-ਪਾਸ ਹੀ ਹੈ ਜਿਹੜੀ ਕਿ ਸਕਿਲਡ ਵਰਕਫੋਰਸ ਹੈ, ਜਦ ਕਿ ਐਡਵਾਂਸਡ ਡਿਵੈਲਪਡ ਕੰਟਰੀਜ਼ ਉਹ 90% ਤੋਂ ਉੱਪਰ ਵਰਕਫੋਰਸ ਜਿਹੜੀ ਹੈ ਸਕਿਲਡ ਹੈ। ਹੁਣ ਸਕਿਲਡ ਹੈ ਜਾਂ ਨਹੀਂ ਹੈ ਇਹਨੂੰ ਚੈੱਕ ਕਿਵੇਂ ਕਰਨਾ ਆਪਾਂ? ਉਹਦੇ ਵਾਸਤੇ ਸਰਕਾਰ ਦਾ ਜੋ ਭਾਰਤ ਸਰਕਾਰ ਦਾ ਔਰ ਸਾਡੀ ਸੂਬਾ ਸਰਕਾਰ ਦਾ ਵੀ ਪੰਜਾਬ ਸਰਕਾਰ ਦਾ ਜੋ ਅਪਰੋਚ ਸੀਗੀ ਉਹ ਇਹ ਸੀਗੀ ਕਿ ਅਸੀਂ ਸਰਟੀਫਿਕੇਸ਼ਨ ਕਰੀਏ। ਅਸੀਂ
ਆਪਾਂ ਜਿਹੜੇ ਬੱਚੇ ਸਾਡੇ ਕੋਲ ਟ੍ਰੇਨਿੰਗ ਲੈਣ ਲਈ ਆ ਗਏ ਉਹਨਾਂ ਨੂੰ ਤਾਂ ਸਰਟੀਫਿਕੇਟ ਦੇਵਾਂਗੇ ਉਹਨਾਂ ਦਾ ਇਮਤਿਹਾਨ ਲੈ ਕੇ, ਲੇਕਿਨ ਕੁਝ ਇਸ ਤਰ੍ਹਾਂ ਦੇ ਵੀ ਨੇ ਕਿ ਜਿਹੜੇ ਪਹਿਲਾਂ ਹੀ ਸਮਾਜ ਦੇ ਵਿੱਚ ਕੰਮ ਕਰ ਰਹੇ ਜੀ 80% ਦੇ ਕਰੀਬ ਤਾਂ ਵਰਕਫੋਰਸ ਸਾਡੀ ਇਨਫਾਰਮਲ ਸੈਕਟਰ ਦੇ ਵਿੱਚ ਹੀ ਕੰਮ ਕਰ ਰਹੀ ਹੈ, ਉਹ ਕਿਸੇ ਫਾਰਮਲ ਇੰਡਸਟਰੀ ਦੇ ਵਿੱਚ ਨਹੀਂ ਕੰਮ ਕਰ ਰਹੀ, ਕੋਈ ਨਾ ਕੋਈ ਆਇਡੈਂਟੀ ਕਾਰਡ ਨਹੀਂ ਹੈਗੇ, ਕੋਈ ਮੋਟਰ ਦੀ ਗਰਾਜ ਤੇ ਲੱਗਿਆ ਹੋਇਆ, ਕੋਈ ਕਿਸੇ ਮਕੈਨਿਕ ਦੇ ਨਾਲ ਲੱਗਿਆ ਹੋਇਆ, ਕੋਈ ਕਿਸੇ ਡੈਂਟਿੰਗ ਪੇਂਟਿੰਗ ਸਟੇਸ਼ਨ ਤੇ ਲੱਗਿਆ ਹੋਇਆ, ਕੋਈ ਮੋਬਾਈਲ ਦੀ ਸ਼ਾਪ ਤੇ ਲੱਗਿਆ ਹੋਇਆ, ਐਗਰੀਕਲਚਰ ਸੈਕਟਰ ਦੇ ਵਿੱਚ ਤੁਸੀਂ ਦੇਖ ਲਓ, ਇਹ ਸਾਰੇ ਇਨਫਾਰਮਲ ਸੈਕਟਰ ਦੇ ਵਰਕਰਸ ਨੇ। ਇਹਨਾਂ ਨੂੰ ਕੋਈ ਸਕਿਲਡ ਕੁਆਲੀਫਿਕੇਸ਼ਨ ਜਾਂ ਸਰਟੀਫਿਕੇਟ ਇਹਨਾਂ ਕੋਲ ਨਹੀਂ ਹੈ, ਪਰ ਉਹਨਾਂ ਦੇ ਵਿੱਚ ਵੀ ਡਿਫਰੈਂਸ ਹੁੰਦਾ ਹੈਗਾ। ਕੁਝ ਬਹੁਤ ਵਧੀਆ ਸਕਿਲਡ ਨੇ, ਅੱਛਾ ਕੰਮ ਕਰ ਜਾਂਦੇ ਨੇ, ਕੁਝ ਥੋੜਾ ਟਾਈਮ ਲਗਾਉਂਦੇ ਨੇ। ਉਹਦੀ ਗ੍ਰੇਡਿੰਗ ਕਰਨ ਦੇ ਵਾਸਤੇ ਜੋ ਗਵਰਨਮੈਂਟ ਨੇ ਸਕਿੱਲ ਇੰਡੀਆ ਮਿਸ਼ਨ ਦੇ ਵਿੱਚ ਅਰੇਂਜਮੈਂਟ ਕੀਤਾ ਕਿ ਅਸੀਂ ਉਹਨਾਂ ਦੀਆਂ ਟੈਸਟਿੰਗਸ ਦੇ ਥਰੂ ਜਾਂ ਉਹਨਾਂ ਦੇ ਕਿਸੇ ਤਰ੍ਹਾਂ ਦਾ ਪੇਪਰ ਲੈ ਕੇ ਜਾਂ ਉਹਨਾਂ ਦਾ ਟੈਸਟ ਲੈ ਕੇ ਅਸੀਂ ਸਰਟੀਫਿਕੇਸ਼ਨ ਕਰਦੇ ਹਾਂ। ਜਦੋਂ ਉਹ ਸਰਟੀਫਿਕੇਸ਼ਨ ਅਵੇਲੇਬਲ ਹੋਏਗੀ ਤਾਂ ਉਹਨੂੰ ਹਿੰਦੁਸਤਾਨ ਦੇ ਵਿੱਚ ਵੀ ਔਰ ਵਿਦੇਸ਼ ਦੇ ਵਿੱਚ ਵੀ ਉਸ ਦਾ ਲਾਭ ਮਿਲਦਾ ਹੈਗਾ। ਮਾਰਕੀਟ 'ਚ ਉਹਦੀ ਐਕਸੈਪਟੇਬਿਲਿਟੀ ਜ਼ਿਆਦਾ ਹੁੰਦੀ। ਕਿਸੇ ਜਗ੍ਹਾ ਤੇ ਕੋਈ ਨੌਕਰੀ ਨਿਕਲੀ ਹੈ, ਉਹ ਭਾਵੇਂ ਛੋਟੇ ਲੈਵਲ ਦੀ ਹੀ ਹੋਵੇ, ਲੇਕਿਨ ਵਰਕਫੋਰਸ ਦੇ ਵਿੱਚ ਉਹਨੂੰ ਅਲੱਗ ਤੌਰ ਤੇ ਪਹਿਚਾਨਿਆ ਜਾਏਗਾ। ਜਿਹੜਾ ਬਿੰਦੂ ਜਿਹੜਾ ਤੁਸੀਂ ਰੇਜ਼ ਕੀਤਾ ਹੈ ਕਿ ਸਾਡੀ ਜੀ ਤੁਸੀਂ ਕੁਝ ਕੰਟੈਂਟ ਐਡ ਕਰਦੇ ਹਾਂ ਜੀ ਕਿ ਇਸੇ ਯੋਜਨਾ ਦੇ ਅੰਡਰ ਹੀ ਜਿਹੜੀ ਸਾਡੀ ਭਾਰਤ ਸਰਕਾਰ ਨੇ ਸਕਿੱਲ ਡਿਵੈਲਪਮੈਂਟ ਦਾ ਮਿਸ਼ਨ ਹੈ, ਉਹਦੇ 'ਚ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਸਕੂਲ ਵੀ ਖੋਲ੍ਹੇ ਹੋਏ ਹੈ ਜੀ। ਪ੍ਰੋਬੇਬਲੀ ਉਹ ਇਹਦੇ ਨਾਲ ਜਿਹੜੀ ਅਸੀਂ ਕੁਸ਼ਲ ਵਿਕਾਸ ਯੋਜਨਾ ਹੈਗੀ ਹੈ, ਉਸੇ ਤਰ੍ਹਾਂ ਕੁਸ਼ਲ ਵਿਕਾਸ ਕੇਂਦਰੀਆ ਹੈਗੇ ਆ ਜਿਹੜੇ ਇੰਟਰਨੈਸ਼ਨਲ ਸਟੈਂਡਰਡ ਤੇ ਟ੍ਰੇਨਿੰਗ ਦੇ ਕੇ ਉੱਥੋਂ ਦੀਆਂ ਕੰਪਨੀਆਂ ਦੇ ਨਾਲ ਵੀ ਭਾਰਤ ਸਰਕਾਰ ਨੇ ਟਾਈ ਅਪ ਕੀਤਾ ਹੋਇਆ। ਤਾਂ ਉਹਨਾਂ ਦਾ ਸਟੈਂਡਰਡ ਹੀ ਉਹ ਟ੍ਰੇਨਿੰਗ ਦਾ ਉਹ ਹੈਗਾ, ਉਹ ਡਾਇਰੈਕਟਲੀ ਜਿਹੜਾ ਉਹ ਸਰਟੀਫਿਕੇਟ ਉਹਨਾਂ ਨੂੰ ਮਿਲਦਾ ਬੱਚਿਆਂ ਨੂੰ ਜਿਹੜਾ ਇੰਟਰਨੈਸ਼ਨਲ ਜਿਹੜੇ ਉਹ ਜਿਹੇ ਕੇਂਦਰ ਤੋਂ ਕਰਦੇ ਆ, ਤਾਂ ਉਹ ਬਾਹਰ ਐਜ਼ ਸੱਚ ਐਪਲੀਕੇਬਲ ਹੈ। ਉਹਦੇ ਰਿਲੇਟਿਵਲੀ ਕਿਉਂਕਿ ਉਹਨਾਂ ਨੇ ਜਿੱਦਾਂ ਪਲੰਬਰ, ਇਲੈਕਟ੍ਰੀਸ਼ੀਅਨ, ਸਾਡੇ ਬਹੁਤ ਜ਼ਿਆਦਾ ਜਿਹੜੇ ਬੱਚੇ ਬਾਹਰ ਜਾ ਕੇ ਹੀ ਕੰਮ ਕਰਦੇ ਆ, ਕੋਈ ਪੁਆਇੰਟ ਬੇਸ ਤੇ ਸ਼ਿਫਟ ਹੋ ਰਿਹਾ, ਕੋਈ ਕਿਸੇ ਤਰ੍ਹਾਂ ਹੋ ਰਿਹਾ, ਤਾਂ ਉਹਨਾਂ ਵਾਸਤੇ ਉਹ ਪ੍ਰੋਵੀਜ਼ਨ ਵੀ ਹੈਗੀ ਹੈ। ਅਗਰ ਉੱਦਾਂ ਦੀ ਉਹ ਟ੍ਰੇਨਿੰਗ ਲੈ ਕੇ ਜਾਂਦੇ ਆ ਇੱਥੋਂ, ਤਾਂ ਉੱਥੇ ਜਾ ਕੇ ਉਹਨਾਂ ਦੀ ਡਾਇਰੈਕਟ ਪਲੇਸਮੈਂਟ ਵੀ ਹੋ ਜਾਂਦੀ ਹੈ ਕੰਮ ਵਾਸਤੇ। ਲੋੜ ਸਿਰਫ ਸਾਨੂੰ ਜਾਗਰੂਕ ਹੋਣ ਦੀ ਹੈ, ਇਹੋ ਜਿਹੀਆਂ ਸਟੱਡੀਜ਼ ਸਾਨੂੰ ਦੇਖਣੀਆਂ ਪੈਣਗੀਆਂ ਕਿ ਭਾਰਤ ਸਰਕਾਰ ਨੇ ਕਿਹੜੇ ਇਨੀਸ਼ੀਏਟਿਵ ਸਾਡੇ ਯੂਥ ਵਾਸਤੇ, ਸਕਿੱਲਡ ਵਰਕਰ ਵਾਸਤੇ ਜਿਹੜੇ ਆ ਉਹ ਕੀਤੇ ਹੋਏ ਆ। ਸੋ ਉਹਦੇ ਵਾਸਤੇ ਸਾਨੂੰ ਕਿਤੇ ਨਾ ਕਿਤੇ ਜਾਗਰੂਕ ਹੋਣਾ ਪਏਗਾ ਔਰ ਅਸੀਂ ਇਹਦਾ ਬੈਨੀਫਿਟ ਲੈ ਸਕਦੇ ਹਾਂ। ਸਰ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਹੁਣ ਕਿਸੇ ਆਦਮੀ ਨੇ ਸਰਟੀਫਿਕੇਟ ਤਾਂ ਹਾਸਲ ਕਰ ਲਿਆ, ਟ੍ਰੇਨਿੰਗ ਲੈ ਲਈ, ਉਸ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ, ਕੀ ਕੋਈ ਸਟਾਰਟਅਪ, ਕੀ ਕੋਈ ਫਾਈਨੈਂਸ਼ੀਅਲ ਅਸਿਸਟੈਂਟ ਸਾਡੇ ਦੇਸ਼ ਵਿੱਚ ਅਵੇਲੇਬਲ ਹੈ ਯੂਥ ਵਾਸਤੇ ਜਾਂ ਸਕਿਲਡ ਵਰਕਰ ਵਾਸਤੇ? ਬਿਲਕੁਲ ਜੀ, ਬਿਲਕੁਲ। ਇਹ ਮਤਲਬ ਸਾਰੇ ਹੀ ਪੁਆਇੰਟ ਟੇਕ ਅਪ ਕਰੇ ਹੋਏ ਆ ਗਵਰਨਮੈਂਟ ਵੱਲੋਂ ਜੀ। ਜਿਵੇਂ ਉਹ ਸਕਿੱਲ ਦੀ ਮਤਲਬ ਐਜੂਕੇਸ਼ਨ ਵੀ ਦੇ ਰਿਹਾ, ਉਹਦੇ ਨਾਲ ਬਹੁਤ ਜ਼ਿਆਦਾ ਇਦਾਂ ਦੀਆਂ ਯੋਜਨਾਵਾਂ ਹੈਗੀਆਂ ਜਿਹਦੇ 'ਚ ਈਵਨ ਜਿਹੜੀ ਹੁਣ ਨਵੀਂ DDU ਕਰਕੇ ਦੀਨ ਦਿਆਲ ਉਪਾਧਿਆਏ ਯੋਜਨਾ ਹੈ, ਜਿਹਦੇ 'ਚੋਂ ਨਾਲ ਹੀ ਉਹਨਾਂ ਨੇ ਪਲੇਸਮੈਂਟ ਨੂੰ ਜੋੜਿਆ ਹੋਇਆ। ਜਿਹੜਾ ਬੱਚੇ ਨੂੰ ਟੋਟਲ ਸਕਾਲਰਸ਼ਿਪ ਮਿਲਣਾ ਹੈ ਜਾਂ ਜਿਹੜਾ ਉਹ ਸੈਂਟਰ ਹੈ ਜਿੱਥੋਂ ਬੱਚਾ ਉਹ ਸਿੱਖਿਆ ਲੈ ਰਿਹਾ, ਉਹਦੇ ਵਿੱਚ ਐਡਡ ਹੈ ਕਿ ਕੁਝ ਉਹਨਾਂ ਨੂੰ ਪੇਮੈਂਟ ਉਸ ਬੇਸ ਤੇ ਮਿਲਣੀ ਹੈ ਕਿ ਅਗਰ ਉਹ ਬੱਚਿਆਂ ਦੀ ਪਲੇਸਮੈਂਟ ਹੋ ਜੂਗੀ ਜੀ, ਤਾਂ ਉਹ ਪਲੇਸਮੈਂਟ ਦਾ ਪੱਖ ਵੀ ਦੇਖ ਰਹੇ ਆ। ਉਹਦੇ ਨਾਲ ਸੈਂਟਰ ਗਵਰਨਮੈਂਟ ਦੀਆਂ ਬਹੁਤ ਜ਼ਿਆਦਾ ਸਕੀਮਸ ਹੈਗੀਆਂ ਇਸੇ ਮਤਲਬ ਸਕਿੱਲ ਮਿਸ਼ਨ ਦੇ ਅੰਡਰ ਹੀ, ਜਿਹਦੇ 'ਚ ਡਿਫਰੈਂਟ ਕੰਪਨੀਜ਼ ਹੈਗੀਆਂ, ਜਿੱਥੇ ਡਿਫਰੈਂਟ ਤਰ੍ਹਾਂ ਦੇ ਕਲੱਬਸ ਹੈਗੇ ਆ ਜਿਹੜੇ ਸਪੈਸ਼ਲੀ ਸਟਾਰਟਅਪ ਵਾਸਤੇ ਹੈ, ਜਿੱਦਾਂ ਫਲਿੱਪਕਾਰਟ ਹੋ ਗਿਆ, ਹੋਰ ਬਹੁਤ ਜ਼ਿਆਦਾ ਕੰਪਨੀ ਹੈ ਜਿਹੜੇ ਉਸੇ ਮਿਸ਼ਨ ਦੇ ਅੰਡਰ ਬੱਚੇ ਉਹਦੇ 'ਚ ਜੁਆਇਨ ਕਰ ਸਕਦੇ ਆ, ਉਸ ਤਰ੍ਹਾਂ ਦੀ ਟ੍ਰੇਨਿੰਗ ਲੈ ਸਕਦੇ ਆ। ਉਹ ਟ੍ਰੇਨਿੰਗ ਮਿਲਣ ਦੇ ਉੱਪਰ ਜਿਹੜੀ ਲੋੜੀਂਦਾ ਉਹਦੇ 'ਚ ਉਹਨੂੰ ਕੋਈ ਫਾਈਨਾਂਸ ਚਾਹੀਦੀ ਹੈ ਜਾਂ ਕੋਈ ਲੋਨ ਚਾਹੀਦਾ ਹੈ, ਉਹ ਵੀ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ। ਈਵਨ ਉਸ ਤੋਂ ਪਹਿਲੀ ਗੱਲ ਵੀ ਹੋ ਰਹੀ ਹੈ ਕਿ ਜਿਹੜੇ ਅਸੀਂ ਸੈਂਟਰ ਵੀ ਖੋਲ੍ਹ ਰਹੇ ਹਾਂ ਜੀ, ਉਹਦੇ ਵਾਸਤੇ ਵੀ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਇਸੇ ਮਿਸ਼ਨ ਦੇ ਅੰਡਰ ਉਹਦੇ 'ਚ ਵੀ ਲੋਨ ਦਿੱਤਾ ਜਾਂਦਾ, ਜਿਹੜਾ ਕਿ 50 ਲੱਖ ਤੋਂ ਲੈ ਕੇ 60-70 ਲੱਖ ਤੱਕ, ਕਿ ਤੁਸੀਂ ਆਪਣਾ ਉਹ ਸੈਂਟਰ ਪ੍ਰੋਪਰਲੀ ਹਰ ਇੱਕ ਜਿਹੜੀ ਟ੍ਰੇਨਿੰਗ ਦੀ ਰਿਕੁਆਇਰਮੈਂਟ ਉਹਦੇ ਅਕੋਰਡਿੰਗਲੀ ਸੈੱਟ ਕਰ ਲਓ, ਤਾਂ ਕਿ ਆਟੋਮੈਟਿਕਲੀ ਜਦੋਂ ਬੱਚੇ ਆਉਣ ਤੁਹਾਡੇ ਕੋਲ ਪੂਰਾ ਇਨਫਰਾਸਟ੍ਰਕਚਰ ਹੋਵੇ। ਤਾਂ ਸਾਰੇ ਕਾਸੇ ਦੇ ਟੇਕ ਕੇਅਰ ਮੇਰੇ ਖਿਆਲ ਦੇ ਅੰਡਰ ਬਹੁਤ ਵਧੀਆ ਸਕੀਮ ਹੈ ਜੀ। ਸੋ ਬਹੁਤ ਸਾਰੀਆਂ ਸਕੀਮਾਂ ਭਾਰਤ ਸਰਕਾਰ ਨੇ ਚਲਾਈਆਂ ਹੋਈਆਂ, ਲੋੜ ਹੈ ਸਿਰਫ ਸਾਨੂੰ ਉਹਦਾ ਲਾਹਾ ਉਠਾਉਣ ਦੀ। ਸਰ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਸੰਜੀਵ ਜੀ ਕਿ ਕਿਹੜੇ ਕੋਰਸਿਸ ਨਾਰਮਲੀ ਜਿਹੜੇ ਆ ਸਕਿੱਲ ਡਿਵੈਲਪਮੈਂਟ ਦੇ ਵਿੱਚ ਆਫਰ ਕੀਤੇ ਜਾਂਦੇ ਆ, ਔਰ ਉਹਦੇ ਬਾਰੇ ਵੀ ਸਾਡੇ ਤਾਂ ਕਿ ਦਰਸ਼ਕ ਜਿਹੜੇ ਆ ਉਹਦੀ ਭਰਪੂਰ ਜਾਣਕਾਰੀ ਲੈ ਸਕਣ ਕਿ ਕਿਹੜੀਆਂ ਸਕਿੱਲਸ ਅਸੀਂ ਈਜ਼ੀਲੀ ਹਾਸਲ ਕਰ ਸਕਦੇ ਹਾਂ। ਇਹਦੇ ਵਿੱਚ ਸੰਜੀਵ ਜੀ ਬਹੁਤ ਵਾਈਡ ਰੇਂਜ ਹੈਗੀ ਹੈ, ਕਿਉਂਕਿ ਜਿੱਥੇ ਵੀ ਕਿਤੇ ਇਕਨੋਮਿਕ ਐਕਟੀਵਿਟੀ ਕਿਸੇ ਵੀ ਟਾਈਪ ਦੀ ਹੋਏਗੀ, ਉੱਥੇ ਕੋਈ ਨਾ ਕੋਈ ਰੁਜ਼ਗਾਰ ਉਤਪਤੀ ਹੋਏਗੀ। ਉਹਦੇ ਵਾਸਤੇ ਕੁਝ ਆਪਣੇ ਕੋਲ ਸਕਿੱਲ ਸੈਕਟਰ ਕਾਉਂਸਲਸ ਬਣੀਆਂ ਹੋਈਆਂ ਨੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ, ਔਰ ਉਹਨਾਂ ਕਾਉਂਸਲਸ ਨੇ ਆਪਣੇ ਏਰੀਆਜ਼ ਨੂੰ ਆਇਡੈਂਟੀਫਾਈ ਕੀਤਾ ਹੋਇਆ। ਜੋ ਜਿਵੇਂ ਡਾਕਟਰ ਬੂਟਾ ਸਿੰਘ ਜੀ ਦੱਸ ਰਹੇ ਸੀਗੇ ਕਿ ਜਦੋਂ ਅਸੀਂ ਕਿਸੇ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਕਿਸੇ ਸੈਂਟਰ ਤੋਂ ਕਰਦੇ ਹਾਂ, ਉਹ ਸੈਂਟਰ ਕਿਸੇ ਨਾ ਕਿਸੇ ਸੈਕਟਰ ਕਾਉਂਸਲ ਦੇ ਨਾਲ ਜੁੜਿਆ ਹੁੰਦਾ ਹੈ।
ਆਟੋਮੋਬਾਈਲ ਸੈਕਟਰ ਹੋ ਗਿਆ, ਟੈਕਸਟਾਈਲ ਸੈਕਟਰ ਹੋ ਗਿਆ, ਗਾਰਮੈਂਟ ਐਂਡ ਹੌਜ਼ਰੀ ਸੈਕਟਰ ਹੋ ਗਿਆ, ਬਹੁਤ ਸਾਰੇ ਬੇਸ਼ੁਮਾਰ, ਜਿਊਲਰੀ ਹੋ ਗਈ ਜੀ। ਉਸ ਤੋਂ ਇਲਾਵਾ ਤੁਹਾਡਾ ਅੱਜ ਕੱਲ੍ਹ ਟੂਰਿਜ਼ਮ ਗਾਈਡਸ ਦੇ ਵਾਸਤੇ ਸੈਕਟਰ ਹੋ ਗਿਆ। ਸਾਡਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦਾ ਅਸੀਂ ਇੱਕ ਨਵਾਂ ਉਪਰਾਲਾ ਕਰ ਰਹੇ ਹਾਂ, ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਾਡਾ ਇੱਕ ਮੇਨ ਟੂਰਿਸਟ ਸਿਟੀ ਹੈਗਾ, ਔਰ ਉੱਥੇ ਜਦੋਂ ਵੀ, ਕਿਉਂਕਿ ਨੈਸ਼ਨਲ ਔਰ ਇੰਟਰਨੈਸ਼ਨਲ ਦੋਨੋਂ ਤਰ੍ਹਾਂ ਦੇ ਉੱਥੇ ਟੂਰਿਸਟ ਆਉਂਦੇ ਨੇ, ਜਾਂ ਪੰਜਾਬ ਦੇ ਹੋਰ ਵੀ ਅਗਰ ਚਰਚਾ ਜਾਰੀ ਰੱਖਦੇ ਹਾਂ। ਇੱਕ ਦਰਸ਼ਕ ਸਾਡੇ ਨਾਲ ਫੋਨ ਤੇ ਜੁੜੇ, ਪਹਿਲਾਂ ਇਹਨਾਂ ਦੀ ਗੱਲ ਸ਼ਾਮਿਲ ਕਰ ਲੈਣ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ ਜੀ, ਬਹੁਤ ਬਹੁਤ ਸਵਾਗਤ ਹੈ, ਆਪਣੀ ਗੱਲ ਸਾਡੇ ਨਾਲ ਸਾਂਝੀ ਕਰੋ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਨਾ ਰਾਜਵਿੰਦਰ ਸਿੰਘ ਬੋਲਦਾ ਸੀ ਰਲੀ ਤੋਂ ਜੀ, ਮੁਕਤਸਰ ਏਰੀਏ ਤੋਂ ਜੀ। ਹਾਂਜੀ ਸਰ, ਮੈਂ ਨਾ ਕਾਫੀ ਇਹਦੇ ਵਿੱਚ ਖੋਜਾਂ ਕਰ ਚੁੱਕਿਆ। ਮੇਰੇ ਕੋਲ ਸਕਿੱਲ ਹੈ ਇੱਕ ਜੀ, ਜਿਵੇਂ ਮੈਂ ਕਿਸਾਨਾਂ ਲਈ ਕੀਤੀ ਆ ਵੀ ਪਾਣੀ ਦਾ ਕਿਆਰਾ ਭਰੇ ਤੋਂ ਉਹਨਾਂ ਨੂੰ ਸੂਚਨਾ ਮਿਲਦੀ ਆ ਫੋਨ ਕਾਲ ਤੇ ਜੀ, ਤੇ ਇਹੋ ਜਿਹੀਆਂ ਕਾਫੀ ਮੈਂ ਖੋਜਾਂ ਕਰ ਚੁੱਕਿਆ। ਮੇਰੇ ਕੋਲ ਇੱਕ ਸਕਿੱਲ ਆ ਜੀ। ਮੈਂ ਕੋਈ ਉਹਨੇ ਮੈਨੂੰ ਸਕੀਮ ਕੋਈ ਦੱਸੀ ਜਾਵੇ ਜਿਹਦੇ ਅੰਡਰ ਮੈਂ ਨਾ ਇਹਨਾਂ ਦਾ ਪੇਟੈਂਟ ਲੈਣਾ ਚਾਹੁੰਦਾ ਜੀ। ਜੀ, ਹਾਂਜੀ, ਤੇ ਮੈਂ ਡੀਸੀ ਮੁਕਤਸਰ ਸਾਹਿਬ ਨੂੰ ਸਨਮਾਨਿਤ ਵੀ ਆ ਜੀ। ਸੋ ਬੜੀ ਅਹਿਮ ਜੀ, ਮੈਂ ਚਾਹੂੰਗਾ ਤੁਸੀਂ ਰਿਸਪੌਂਡ ਕਰੋ। ਹਾਂਜੀ ਹਾਂ, ਆਪਣਾ ਰਾਜਵਿੰਦਰ ਸਿੰਘ ਜੀ, ਤੁਸੀਂ ਮੇਰਾ ਨੰਬਰ ਲੈ ਲਓ। ਉਹ ਯੂਨੀਵਰਸਿਟੀ ਤੁਹਾਡੇ ਬਿਲਕੁਲ ਨਾਲ ਹੈ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ। ਅਸੀਂ ਪਿੱਛੇ ਵੀ ਉਪਰਾਲਾ ਕੀਤਾ ਸੀ ਕਿ ਉਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤ ਹੈ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ। ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਮੁਹਾਰਤ ਹੈਗੀ ਹੈ ਤਾਂ ਉਹਦੇ 'ਚ ਬਹੁਤ ਜ਼ਿਆਦਾ ਗਵਰਨਮੈਂਟ ਬਾਡੀਜ਼ ਹੈਗੀਆਂ ਜਿਹੜੀਆਂ ਤੁਹਾਡੇ ਪੇਟੈਂਟ ਵਾਸਤੇ ਵੀ ਪ੍ਰਮੋਟ ਕਰਨਗੀਆਂ ਜੀ, ਹੈ ਨਾ। ਉਹਦੇ 'ਚ ਅਦਰਵਾਈਜ਼ ਜਿਹੜੀ ਉਹਦੀ ਫੀਸ ਬਹੁਤ ਜ਼ਿਆਦਾ ਹੈ, ਉਹ ਤੁਸੀਂ ਆਪਣੇ ਕੋਲੋਂ ਨਹੀਂ ਪੇ ਕਰ ਸਕਦੇ, ਤਾਂ ਅਸੀਂ ਯੂਨੀਵਰਸਿਟੀ ਦੀ ਤਰਫੋਂ ਤੁਹਾਡਾ ਉਹਨਾਂ ਨਾਲ ਕਨੈਕਟ ਕਰਾਵਾਂਗੇ। ਜਿੱਦਾਂ ਆਪਣਾ ਪੰਜਾਬ ਸਟੇਟ ਟੈਕਨੀਕਲ ਕਾਉਂਸਲ ਹੈਗੀ ਹੈ ਜਾਂ ਹੋਰ ਬਾਡੀਜ਼ ਹੈਗੀਆਂ, ਉਹ ਫਾਈਂਡ ਆਊਟ ਕਰਕੇ ਤੁਹਾਡੇ ਪੇਟੈਂਟ ਵਾਸਤੇ ਤੁਹਾਡੀ ਪੂਰੀ ਸਪੋਰਟ ਕਰਾਂਗੇ। ਤੁਸੀਂ ਕਿਸੇ ਵੀ ਦਿਨ ਯੂਨੀਵਰਸਿਟੀ ਵਿਜ਼ਿਟ ਕਰ ਸਕਦੇ ਹੋ। ਔਰ ਮੇਰਾ ਨੰਬਰ ਤੁਸੀਂ ਨੋਟ ਕਰ ਲਓ, 9501195011 9501109002 ਜੀ, 9501109002 ਇਹਦੇ ਤੇ ਕੰਟੈਕਟ ਕਰ ਸਕਦੇ ਹੋ। ਤੁਹਾਡੀ ਜਿਹੜੀ ਵੀ ਇਸ ਤਰ੍ਹਾਂ ਦੀ ਤੁਹਾਡੇ ਕੋਲੇ ਮੁਹਾਰਤ ਹੈਗੀ ਹੈ, ਅਗਰ ਉਹ ਪੇਟੈਂਟੇਬਲ ਹੈ, ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਆਇਡੈਂਟੀਫਾਈ ਕਰਨਾ ਪੈਣਾ ਕਿ ਉਹ ਪੇਟੈਂਟ ਹੋ ਸਕਦਾ ਕਿ ਨਹੀਂ, ਤੇ ਜੋ ਹੋ ਸਕਦਾ ਹੋਇਆ ਤੁਹਾਡੀ ਪੂਰੀ ਸਪੋਰਟ ਕਰਕੇ ਤੁਹਾਡਾ ਪੇਟੈਂਟ ਵੀ ਕਰਾਵਾਂਗੇ। ਔਰ ਤੁਹਾਡੀ ਜਿਹੜੀ ਇਹ ਟੈਕਨੋਲੋਜੀ ਹੈ, ਅਗਰ ਇਹ ਯੂਜ਼ਫੁਲ ਹੋਊਗੀ ਤਾਂ ਆਪਾਂ ਉੱਥੇ ਜਿੰਨੇ ਆਪਣੇ ਏਰੀਏ ਦੇ ਲੋਕ ਹੈ ਉਹਨਾਂ ਵਾਸਤੇ ਆਪਾਂ ਇਹਨੂੰ ਯੂਜ਼ ਵੀ ਕਰਾਂਗੇ, ਤੁਹਾਡੀ ਅਸੀਂ ਯੂਨੀਵਰਸਿਟੀ ਬੰਨਿਓ ਵੀ ਸਪੋਰਟ ਕਰਾਂਗੇ। ਸੋ ਬਹੁਤ ਅਹਿਮ ਹੈ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਜਿਹੜੇ ਦੇਖ ਰਹੇ, ਸੋ ਉਹ ਕਿਤੇ ਨਾ ਕਿਤੇ ਭਰਪੂਰ ਲਾਭ ਉਠਾ ਸਕਦੇ। ਸੋ ਅੱਜ ਦਾ ਮਸਲਾ ਪ੍ਰੋਗਰਾਮ ਦਾ ਸਾਡਾ ਮੇਨ ਮੋਟਿਵ ਇਹ ਹੈ ਕਿ ਤੁਹਾਡੀਆਂ ਸਮੱਸਿਆਵਾਂ, ਤੁਹਾਡੀਆਂ ਜਿਹੜੀਆਂ ਜ਼ਿੰਦਗੀ ਦੀਆਂ ਇਹਨਾਂ ਚੀਜ਼ਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਉਹਦੇ ਵਿੱਚ ਸਹਾਈ ਹੋ ਸਕਦੇ। ਸੋ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਵਾਈਸ ਚਾਂਸਲਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਨਾਲ ਸੰਪਰਕ ਕਰ ਸਕਦੇ। ਸਮਾਂ ਬਹੁਤ ਤੇਜ਼ੀ ਦੇ ਨਾਲ ਜਾ ਰਿਹਾ, ਚਰਚਾ ਅਸੀਂ ਹੋਰ ਵੀ, ਮੈਂ ਸਰ ਚਾਹੂੰਗਾ ਕਿ ਮੈਸੇਜ ਜਿਹੜਾ ਚੰਦ ਸ਼ਬਦਾਂ ਵਿੱਚ ਤੁਸੀਂ ਕੀ ਦੇਣਾ ਚਾਹੋਗੇ ਤਾਂ ਕਿ ਅਸੀਂ ਸੰਦੀਪ ਅੱਜ ਦੇ ਨੌਜਵਾਨਾਂ ਦੇ ਵਾਸਤੇ ਸਾਡਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀ ਤਰਫ ਤੋਂ ਔਰ ਓਵਰਆਲ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੀ ਤਰਫ ਤੋਂ ਜੋ ਸੁਨੇਹਾ ਹੈ ਉਹ ਇਹੀ ਹੈ ਕਿ ਜਿਹੜਾ ਨਵਾਂ ਯੁੱਗ ਹੈ, ਅਜੋਕਾ ਯੁੱਗ ਹੈ, ਉਹ ਸਕਿੱਲ ਦਾ ਯੁੱਗ ਹੈ। ਤੁਸੀਂ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਹੁਨਰ, ਉਸ ਦੀ ਪਛਾਣ ਕਰੋ, ਉਹਦੇ ਅਕੋਰਡਿੰਗਲੀ ਹੀ ਆਪਣੇ ਕਿੱਤੇ ਦੀ ਜਾਂ ਪ੍ਰੋਫੈਸ਼ਨ ਦੀ ਚੋਣ ਕਰੋ। ਔਰ ਉਹਦੇ ਵਾਸਤੇ ਤੁਸੀਂ ਇਹ ਵੇਟ ਨਾ ਕਰੋ ਕਿ ਜਦੋਂ ਤੁਸੀਂ ਡਿਗਰੀ ਕਰ ਲੋਗੇ ਜਾਂ ਪੜ੍ਹਾਈ ਪੂਰੀ ਕਰ ਲੋਗੇ ਉਦੋਂ ਹੀ ਤੁਸੀਂ ਕੋਈ ਕੰਮ ਦੇ ਵਾਸਤੇ ਸੋਚ ਸਕਦੇ ਹੋ। ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਅਸੀਂ ਸਟਾਰਟਅਪ ਦੀ ਵੀ ਗੱਲ ਕੀਤੀ ਹੈ ਕਿ ਤੁਸੀਂ ਐਂਟਰਪ੍ਰੇਨਰ ਬਣੋ, ਤੁਸੀਂ ਰੁਜ਼ਗਾਰ ਦੇਣ ਵਾਲੇ ਬਣੋ, ਉਹਦੇ ਵਾਸਤੇ ਭਰਪੂਰ ਸਕੀਮਾਂ ਸਾਡੇ ਪਾਸ। ਤੁਸੀਂ ਕੀ ਕਹਿਣਾ ਚਾਹੋਗੇ ਸਾਡੇ? ਬਿਲਕੁਲ ਜੀ, ਮੈਂ ਇੱਕ ਤਾਂ ਵੈਸੇ ਵੀ ਸਾਰੇ ਦਰਸ਼ਕਾਂ ਨਾਲ ਗੱਲ ਕਰਨੀ ਚਾਹਾਂਗਾ ਕਿਉਂਕਿ ਜਿਹੜੀ ਆਪਣੀ ਪਹਿਲਾਂ ਉਹਦੇ ਵਿੱਚ ਨਹੀਂ ਹੋਈ, ਕਿਉਂਕਿ ਹੁਣ ਜਿਹੜਾ ਜ਼ਿਆਦਾ ਰੁਝਾਨ ਹੈ ਬੱਚਿਆਂ ਦਾ ਉਹ ਬਾਹਰ ਵੱਲ ਜ਼ਿਆਦਾ ਹੈਗਾ। ਤਾਂ ਸਾਡੇ ਬਹੁਤ ਜ਼ਿਆਦਾ ਜਿਹੜੇ ਵਿਦਿਆਰਥੀ ਹੈ ਉਹ +2 ਤੋਂ ਬਾਅਦ ਲਾਈਕ ਕਰਦੇ ਆ, ਬਾਹਰ ਚਲੇ ਜਾਂਦੇ ਆ, ਤਾਂ ਉੱਥੇ ਜਾ ਕੇ ਉਹ ਕੋਈ 2 ਸਾਲ ਦਾ ਡਿਪਲੋਮਾ ਕਰਦੇ ਆ, ਤਾਂ ਉਹ ਜਿਹੜਾ ਡਿਪਲੋਮਾ ਕਰਕੇ ਉਹਨਾਂ ਨੂੰ ਉੱਥੇ ਕੋਈ ਜੌਬ ਮਿਲਦੀ ਹੈ ਜਾਂ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਉੱਥੇ ਸਟੇਟਸ ਹੈ ਉਹਨਾਂ ਵਧੀਆ ਨਹੀਂ ਹੁੰਦਾ। ਮੈਂ ਸਾਰਿਆਂ ਨੂੰ ਇੱਕ ਇਹ ਮੈਸੇਜ ਦੇਣਾ ਚਾਹੁੰਦਾ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ, ਸਾਡੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਵੀ ਬਹੁਤ ਜ਼ਿਆਦਾ ਜਿਹੜੇ ਪਾਥਵੇ ਪ੍ਰੋਗਰਾਮ ਹੈ ਉਹ ਫਲੋਟ ਕੀਤੇ ਹੋਏ ਆ। USA ਯੂਨੀਵਰਸਿਟੀ ਦੇ ਨਾਲ ਵੀ ਹੈ, ਕੈਨੇਡੀਅਨ ਯੂਨੀਵਰਸਿਟੀ ਦੇ ਨਾਲ ਵੀ ਹੈ, ਉਹਨਾਂ ਦਾ ਵੀ ਸਾਨੂੰ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਉਹਦੇ 'ਚ ਵੀ ਉਨਾ ਹੀ ਖਰਚਾ ਹੈ। ਅਗਰ ਤੁਸੀਂ 2 ਸਾਲ ਇੱਥੇ ਪੜ੍ਹ ਕੇ 2 ਸਾਲ ਉੱਥੇ ਜਾਂਦੇ ਹੋ ਤਾਂ ਉੱਥੋਂ ਬਹੁਤ ਵਧੀਆ ਜਿਹੜੀ ਅੰਡਰ ਗ੍ਰੈਜੂਏਟ ਦੀ ਡਿਗਰੀ ਤੁਹਾਨੂੰ ਮਿਲਦੀ ਹੈ, ਜਿਹਦੇ 'ਚ ਜੌਬਸ ਵੀ ਜ਼ਿਆਦਾ ਹੈ, ਤੁਹਾਡੀ ਜੌਬ ਦਾ ਸਟੇਟਸ ਬਹੁਤ ਵਧੀਆ ਹੋਊਗਾ। ਤਾਂ ਉਹ ਚੀਜ਼ਾਂ ਵੀ ਸਾਨੂੰ ਐਕਸਪਲੋਰ ਕਰਨੀਆਂ ਚਾਹੀਦੀਆਂ।
ਤੇ ਮੈਂ ਇੱਕ ਇਹੀ ਸੁਨੇਹਾ ਦੇਵਾਂਗਾ ਬੱਚਿਆਂ ਨੂੰ ਕਿ ਆਪਣਾ ਇੱਕ ਟਾਰਗੇਟ ਫਿਕਸ ਕਰਕੇ ਕਿ ਉਹਨਾਂ ਨੇ ਕੀ ਅਚੀਵ ਕਰਨਾ ਹੈ ਆਪਣੀ ਲਾਈਫ ਦੇ ਵਿੱਚ, ਤਾਂ ਫਿਰ ਉਸ ਡਾਇਰੈਕਸ਼ਨ ਦੇ ਵਿੱਚ ਵਧਣਾ ਚਾਹੀਦਾ। ਬਹੁਤ ਸ਼ੁਕਰੀਆ। ਆਸ ਕਰਦੇ ਹਾਂ ਕਿ ਦਰਸ਼ਕ ਇਸ ਭਰਪੂਰ ਜਾਣਕਾਰੀ ਦਾ ਫਾਇਦਾ ਉਠਾਉਣਗੇ ਔਰ ਸਾਡੇ ਨਾਲ ਹਮੇਸ਼ਾ ਬਣੇ ਰਹਿਣਗੇ। ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ। ਸ਼ੁਕਰੀਆ।